ਸਤਿ ਸ਼੍ਰੀ ਅਕਾਲ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਰਾਜਾ ਵੜਿੰਗ ਨੂੰ ਝਟਕਾ ਦੇ ਦਿੱਤਾ ਹੈ, ਚੈਲੰਜ ਕਰ ਦਿੱਤਾ ਹੈ ਪ੍ਰਨੀਤ ਕੌਰ ਨੂੰ ਬਾਹਰ ਕੱਢਣਾ। ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਇੰਨੇ ਭਰੋਸੇ ਦੇ ਨਾਲ ਚੈਲੰਜ ਕਰ ਰਹੇ ਨੇ ਰਾਜਾ ਵੜਿੰਗ ਨੂੰ ਕਿ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਮਹਾਰਾਣੀ ਪ੍ਰਨੀਤ ਨੂੰ ਕਾਂਗਰਸ ਚੋਂ ਕੱਢ ਕੇ ਦਿਖਾਓ। ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਹਾਲੇ ਵੀ ਕਾਂਗਰਸ ਦੇ ਵਿੱਚ ਚੱਲਦੀ ਤਾਂ ਨਹੀਂ, ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ ਤਾਂ ਨਹੀਂ ਹੋ ਰਹੀ। ਇਹਨਾਂ ਸਾਰੀਆਂ ਗੱਲਾਂ ਤੇ ਕਿਉਂਕਿ ਰਾਜਾ ਵੜਿੰਗ ਨੇ ਵੀ ਉਦੋਂ ਗੱਲਬਾਤ ਕਹੀ ਸੀ ਕਿ ਮੈਂ ਕੈਪਟਨ ਤੇ ਪ੍ਰਨੀਤ ਕੌਰ ਨੂੰ ਜਿਹੜਾ ਕਾਂਗਰਸ 'ਚ ਨਹੀਂ ਰਹਿਣ ਦਿਆਂਗਾ, ਤਾਂ ਕੈਪਟਨ ਤਾਂ ਪਹਿਲਾਂ ਹੀ ਛੱਡ ਚੁੱਕੇ ਨੇ। ਤਾਂ ਕਿਤੇ ਕੈਪਟਨ ਦੀ ਵਾਪਸੀ ਤਾਂ ਨਹੀਂ ਹੋ ਰਹੀ। ਜਿਹੜੇ ਰਾਜੇ ਵੜਿੰਗ ਦੇ ਬਿਆਨ ਆ ਰਹੇ ਨੇ ਤੇ ਇੰਨੇ ਵੱਡੇ ਕੌਨਫੀਡੈਂਸ ਦੇ ਨਾਲ ਕਹਿ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਕਿ ਜੇ ਰਾਜੇ 'ਚ ਹਿੰਮਤ ਹੈ ਤਾਂ ਕੱਢ ਕੇ ਦਿਖਾ ਦੇਵੇ ਪ੍ਰਨੀਤ ਕੌਰ ਨੂੰ ਕਾਂਗਰਸ 'ਚੋਂ ਬਾਹਰ। ਇਸ ਤੇ ਗੱਲਬਾਤ ਕਰਾਂਗੇ। ਫਿਰ ਮਾਜਰਾ ਹੈ ਕੀ? ਤਾਂ ਉੱਥੇ ਅੱਜ ਭਗਵੰਤ ਮਾਨ ਤੇ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਹੈ 5:15 ਵਜੇ ਸ਼ਾਮੀ। ਇਸ ਤੇ ਗੱਲਬਾਤ ਕਰਾਂਗੇ। ਨਾਲ ਗੱਲਬਾਤ ਕਰਾਂਗੇ ਕਿ ਮੰਤਰੀ ਦੇ ਬੇਟੇ ਦੇ ਉੱਪਰ ਬਲਾਤਕਾਰ ਦੇ ਇਲਜ਼ਾਮ ਨੇ, ਪਰਚਾ ਦਰਜ ਹੋ ਗਿਆ। ਹੁਣ ਅੱਗੇ ਕੀ ਹੋਣ ਜਾ ਰਿਹਾ, ਇਸ ਦੀ ਗੱਲਬਾਤ ਕਰਾਂਗੇ। ਮੇਰੇ ਨਾਲ ਇਹਨਾਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਹੈ ਉਹ ਆਪਾਂ ਨਵਜੋਤ ਸਿੰਘ ਸਿੱਧੂ ਅਤੇ ਭਗਵੰਤ ਸਿੰਘ ਮਾਨ ਹੋਰਾਂ ਵਾਲੀ ਖਬਰ ਤੋਂ ਕਰਦੇ ਹਾਂ। ਰਾਤ ਵੀ ਆਪਾਂ ਉੱਤੇ ਗੱਲਬਾਤ ਕੀਤੀ ਸੀ ਤੇ ਪਰ ਅੱਜ ਥੋੜਾ ਜਿਹਾ ਜ਼ਰੂਰੀ ਹੈ ਇਸ ਤੇ ਗੱਲਬਾਤ ਕਰਨਾ, ਕਿਉਂਕਿ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਲਈ ਸੁਹਿਰਦ ਲੋਕਾਂ ਨੂੰ, ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਚੜਾਉਣ ਦੀ ਸੋਚ ਰੱਖਣ ਵਾਲੇ ਲੋਕਾਂ ਨੂੰ, ਪੰਜਾਬ ਦੇ ਚਾਹੁਣ ਵਾਲੇ ਲੋਕਾਂ ਨੂੰ ਇਸ ਮੀਟਿੰਗ ਤੋਂ ਬੜੀਆਂ ਆਸਾਂ। ਨਵਜੋਤ ਸਿੰਘ ਸਿੱਧੂ ਅਤੇ ਭਗਵੰਤ ਸਿੰਘ ਮਾਨ ਦੀ ਇਸ ਮੀਟਿੰਗ ਤੋਂ, ਕਿਉਂਕਿ ਦੋਵੇਂ ਹੀ ਕਦਾਵਰ ਲੀਡਰ ਨੇ, ਦੋਵੇਂ ਹੀ ਇਮਾਨਦਾਰ ਛਵੀ ਵਾਲੇ ਲੀਡਰ ਨੇ। ਹੂਬਹੂ ਕਈ ਖੂਬੀਆਂ ਜਿਹੜੀਆਂ ਇਹਨਾਂ ਲੀਡਰਾਂ ਦੀਆਂ ਆਪਸ ਦੇ ਵਿੱਚ ਮੇਲ ਖਾਂਦੀਆਂ ਨੇ ਤੇ ਲੋਕਾਂ ਦੀ ਪਹਿਲੀ ਪਸੰਦ ਇਹ ਦੋਵੇਂ ਲੀਡਰ ਨੇ। ਤੇ ਜੇ ਇਹ ਪਹਿਲੀ ਵਾਰ ਇਹ ਹੋ ਰਿਹਾ ਹੈ ਕਿ ਪੰਜਾਬ ਦੇ ਇਤਿਹਾਸ ਦੇ ਅੰਦਰ ਵਿਰੋਧੀ ਧਿਰ ਦਾ ਵੱਡਾ ਲੀਡਰ ਤੇ ਮੁੱਖ ਮੰਤਰੀ ਇਕੱਠੇ ਸਿਰ ਜੋੜ ਕੇ ਬੈਠਣਗੇ ਤੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਚੜਾਉਣ ਦੇ ਲਈ ਵਿਚਾਰ ਚਰਚਾ ਕਰਨਗੇ। ਅਣਖੀ ਸਾਹਿਬ, ਕਿਵੇਂ ਦੇਖਦੇ ਹੋ ਇਸ ਮੀਟਿੰਗ ਨੂੰ? ਅਸੀਂ ਰਾਤੀ ਵੀ ਅਸੀਂ ਪ੍ਰੋਗਰਾਮ 'ਚ ਗੱਲ ਕੀਤੀ ਤੇ ਹੁਣ ਇਹਦੀ ਗੱਲ ਆ ਕਿ ਜਿਹੜੀ ਦੋਵਾਂ ਨੇਤਾਵਾਂ ਦੀ ਜਿਹੜੀ ਮੀਟਿੰਗ ਆ ਪੰਜਾਬ ਦੇ ਵਿੱਚ ਇੱਕ ਹੈਲਦੀ ਪੋਲਿਟਿਕਸ ਨੂੰ ਜਨਮ ਦੇਵੇਗੀ, ਕਿਉਂਕਿ ਦੋਵਾਂ ਦੀ ਜਿਹੜੀ ਸ਼ਖਸੀਅਤ ਆ ਇਹੋ ਜਿਹੀ ਆ, ਇਮਾਨਦਾਰੀ ਵਾਲੀ ਔਰ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਵਾਲੀ। ਜੇਕਰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਤੇ ਸ਼ਾਇਦ ਭਗਵੰਤ ਮਾਨ ਦੀ ਜਿਹੜੀ ਸਾਫ਼ ਸੁਥਰੀ ਛਵੀ ਆ ਉਹਦੇ ਕਰਕੇ, ਤੇ ਦੂਜੇ ਪਾਸੇ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਇਸ ਵੇਲੇ ਸੰਵਿਧਾਨਕ ਅਹੁਦੇ ਤੋਂ ਬਿਲਕੁਲ ਖਾਲੀ ਨੇ, ਪਰ ਇਸ ਦੇ ਬਾਵਜੂਦ ਲੋਕਾਂ ਵਿੱਚ ਉਹਨਾਂ ਦਾ ਜਨ ਆਧਾਰ ਉਸੇ ਤਰੀਕੇ ਨਾਲ ਕਾਇਮ ਹੈਗਾ। ਤੇ ਇਹ ਸ਼ਾਇਦ ਨਵਜੋਤ ਸਿੱਧੂ ਦੀ ਪੰਜਾਬ ਦੇ ਪ੍ਰਤੀ ਬੀਤੇ ਦੌਰ ਵਿੱਚ ਨਿਭਾਈ ਗਈ ਵਫਾਦਾਰੀ ਦੇ ਸੰਬੰਧ ਕਰਕੇ ਆ ਕਿ ਲੋਕ ਅੱਜ ਵੀ ਉਸਨੂੰ ਇੱਕ ਸਰਵੋਤਮ ਨੇਤਾ ਮੰਨਦੇ ਆ, ਜਿਹੜਾ ਇਮਾਨਦਾਰੀ ਦੀ ਮਿਸਾਲ ਆ ਔਰ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਆਪਣੀ ਗੰਭੀਰ ਸੋਚ ਜਿਹੜੀ ਹਮੇਸ਼ਾ ਰੱਖਦਾ ਆ। ਅੱਜ 5:15 ਵਜੇ ਜਦੋਂ ਉਹਨਾਂ ਦੋਵਾਂ ਨੇਤਾਵਾਂ ਦੀ ਮੀਟਿੰਗ ਹੋਵੇਗੀ, ਜਿਸ ਤਰੀਕੇ ਨਾਲ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਤਾਂ ਉਹਨਾਂ ਨੇ ਇੰਨੀ ਗੱਲ ਕਹੀ ਆ ਕਿ ਇਹਦੇ ਵਿੱਚ ਪੰਜਾਬ ਦੇ ਭਖਵੇਂ ਮੁੱਦਿਆਂ ਦੀ ਜਾਂ ਲਟਕਦੀਆਂ ਮਸਲੇ ਜਿਹੜੇ ਉਹਨਾਂ ਦੇ ਸੰਬੰਧੀ ਔਰ ਖਾਸ ਤੌਰ ਤੇ ਆਰਥਿਕਤਾ ਦੇ ਸੰਬੰਧੀ ਜਿਹੜੀ ਗੱਲਬਾਤ ਕੀਤੀ ਜਾਵੇਗੀ। ਸੋ ਜਿਸ ਤਰ੍ਹਾਂ ਇਹ ਮੀਟਿੰਗ ਹੋਵੇਗੀ, ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਪੰਜਾਬ ਦੇ ਲੋਕ ਤੇ ਪੰਜਾਬ ਨਾਲ ਹਿੱਤ ਕਰਨ ਵਾਲੇ, ਪਿਆਰ ਕਰਨ ਵਾਲੇ ਲੋਕਾਂ ਦੀਆਂ ਨਜ਼ਰਾਂ, ਚਾਹੇ ਉਹ ਦੇਸ਼ ਵਿੱਚ ਹੋਣ ਚਾਹੇ ਕਿਤੇ ਵੀ ਹੋਣ, ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਇਹਨਾਂ ਦੋਵਾਂ ਨੇਤਾਵਾਂ ਦੀ ਮੀਟਿੰਗ ਦੇ ਉੱਤੇ ਟਿਕੀਆਂ ਰਹਿਣਗੀਆਂ। ਕਿਉਂਕਿ ਇੱਕ ਪਾਸੇ ਸਰਕਾਰ ਵਾਲਾ ਭਗਵੰਤ ਮਾਨ ਤੇ ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਾਬਕਾ ਪ੍ਰਧਾਨ, ਜਿਹੜਾ ਮੁੱਦਿਆਂ ਦੀ ਲੜਾਈ ਲੜਦਾ ਆਪਣੀ ਸਰਕਾਰ ਨੂੰ ਨਹੀਂ ਸੀ ਬਖਸ਼ਦਾ, ਉਹਨਾਂ ਦੀ ਆਪਸੀ ਮੁਲਾਕਾਤ ਦਾ ਸਿੱਟਾ ਕੀ ਨਿਕਲਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਬਾਕੀ ਇਹਨਾਂ ਦੋਵਾਂ ਦੀ ਮੀਟਿੰਗ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰੀ ਗਰਮਾਹਟ ਜਿਹੜੀ ਆ ਜ਼ਰੂਰ ਪੈਦਾ ਕਰ ਦਿੱਤੀ ਹੈ। ਹਰ ਵਿਅਕਤੀ ਆਪੋ ਆਪਣੇ ਅਨੁਸਾਰ ਇਸ ਮੀਟਿੰਗ ਦੇ ਸਿੱਟੇ ਕੱਢ ਰਿਹਾ। ਕੋਈ ਇਹ ਕਹਿ ਰਿਹਾ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਕੋਈ ਨਵੀਂ ਪਾਰੀ ਸਿਆਸੀ ਤੌਰ ਤੇ ਸ਼ੁਰੂ ਕਰ ਰਹੇ ਆ, ਕੁਝ ਵਿਅਕਤੀ ਕੁਝ ਹੋਰ ਤਰੀਕੇ ਨਾਲ ਸੋਚਦੇ ਆ। ਹਾਲਾਂਕਿ ਇਹੋ ਜਿਹਾ ਕੋਈ ਵੀ ਚਰਚਾਵਾਂ ਜਿਹੜੀਆਂ ਸੁਣਨ ਦੇ ਵਿੱਚ ਜਾਂ ਕਿਸੇ ਵੀ ਧਿਰ ਵੱਲੋਂ ਨਹੀਂ ਆਈਆਂ ਕਿ ਨਵਜੋਤ ਸਿੱਧੂ ਜਾਂ ਭਗਵੰਤ ਸਿੰਘ ਮਾਨ ਕੋਈ ਅਹਿਮ ਫੈਸਲਾ ਸਿਆਸਤ ਦੇ ਪੱਖ ਤੋਂ ਕਰ ਸਕਦੇ ਆ, ਇਹੋ ਜਿਹੀ ਕੋਈ ਚਰਚਾਵਾਂ ਨਹੀਂ ਹੈ। ਪਰ ਅਖਬਾਰਾਂ ਦੇ ਵਿੱਚ, ਨਿਊਜ਼ਪੇਪਰਾਂ ਦੇ ਵਿੱਚ ਇਹ ਗੱਲ ਨੂੰ, ਇਸ ਮੀਟਿੰਗ ਨੂੰ ਲੈ ਕੇ ਬੜੀਆਂ ਕਿਆਸਾਂ ਜਿਹੜੀਆਂ ਲਾਈਆਂ ਜਾ ਰਹੀਆਂ ਨੇ, ਜਿਹਦੇ ਵਿੱਚ ਅਸੀਂ ਕਹਿ ਸਕਦੇ ਨਵਜੋਤ ਸਿੱਧੂ ਦੀ ਭਵਿੱਖ ਦੀ ਜਿਹੜੀ ਰਾਜਨੀਤੀ ਆ ਉਹਦੇ ਸੰਬੰਧ ਦੇ ਵਿੱਚ ਵੀ ਕੁਝ ਅਹਿਮ ਫੈਸਲੇ ਜਿਹੜੇ ਲੋਕ ਅਨੁਮਾਨ ਜਿਹੜੇ ਲਾ ਸਕਣਗੇ ਕਿ ਕਿਹੋ ਜਿਹੀ ਉਹਨਾਂ ਦੇ ਪ੍ਰਤੀ ਜਿਹੜੀ ਨਵਜੋਤ ਸਿੱਧੂ ਅਤੇ ਭਗਵੰਤ ਮਾਨ ਦੀ ਆਪਸੀ ਮੀਟਿੰਗ ਤੋਂ ਬਾਅਦ
ਨਵਜੋਤ ਸਿੱਧੂ ਦਾ ਸਿਆਸੀ ਕਰਮ ਕੀ ਹੁੰਦਾ। ਇਹ ਨਾਲ ਗੱਲ ਕਰ ਰਹੀ ਕਿ ਨਵਜੋਤ ਸਿੱਧੂ ਦੇ ਖਿਲਾਫ ਜਿਹੜੀ ਸ਼ਿਕਾਇਤ ਜਿਹੜੀ ਆ ਕਾਂਗਰਸ ਹਾਈਕਮਾਨ ਨੂੰ ਗਈ ਆ, ਉਹਦੀ ਮੀਟਿੰਗ ਜਿਹੜੀ ਉਹ ਅੱਜ ਹੈਗੀ। ਹਾਲਾਂਕਿ ਫੈਸਲਾ ਜਿਹੜਾ ਕਾਂਗਰਸ ਕਮੇਟੀ ਵੱਲੋਂ ਚਿੰਤਨ ਸ਼ਿਵਰ ਲਾਇਆ ਜਾਣਾ ਉਸ ਤੋਂ ਬਾਅਦ ਲਿਆ ਜਾਏਗਾ, ਪਰ ਅੱਜ ਜਿਹੜੀ ਮੀਟਿੰਗ ਆ, ਅੱਜ ਜਿਹੜੀ ਏਕ ਐਂਟਨੀ ਦੀ ਜਿਸ ਵਿੱਚ ਨਵਜੋਤ ਸਿੱਧੂ ਦਾ ਮਾਮਲਾ ਵਿਚਾਰਿਆ ਜਾਣਾ, ਉਹ ਵੀ ਮੀਟਿੰਗ ਅੱਜ ਹੈਗੀ ਆ। ਸੋ ਅੱਜ ਕਾਂਗਰਸ ਦੇ ਪ੍ਰਸੰਗ ਦੇ ਵਿੱਚ ਬੜੀਆਂ ਮਹੱਤਵਪੂਰਨ ਘਟਨਾਵਾਂ ਹੋਣ ਦੀ ਆਸ ਹੈਗੀ ਹੈ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਉਹ ਵਿਰੋਧੀ ਧਿਰ ਜਿਹੜੀ ਸੰਵਿਧਾਨਕ ਤੌਰ ਤੇ ਚੁਣੀ ਗਈ ਰਾਜਾ ਵੜਿੰਗ, ਜਿਸ ਦੇ ਪ੍ਰਧਾਨ ਨੇ ਪ੍ਰਤਾਪ ਸਿੰਘ ਬਾਜਵਾ, CLP ਦੇ ਲੀਡਰ ਨੇ, ਉਹਨਾਂ ਵੱਲੋਂ ਕੋਈ ਵੀ ਇਹੋ ਜਿਹਾ ਸਟੈਪ ਨਹੀਂ ਲਿਆ ਗਿਆ। ਤੇ ਜਦੋਂ ਕਿ ਨਵਜੋਤ ਸਿੱਧੂ ਪੰਜਾਬ ਦੇ ਮੁੱਦਿਆਂ ਦੇ ਉੱਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਗੱਲਬਾਤ ਕਰਨਗੇ ਔਰ ਮੀਟਿੰਗ ਕਰਨਗੇ, ਸੋ ਇਹਦੇ ਕਰਕੇ ਇੱਕ ਮਹੱਤਵਪੂਰਨ ਅਸੀਂ ਕਹਿ ਸਕਦੇ ਇੱਕ ਰਾਜਸੀ ਉਹ ਘਟਨਾਕ੍ਰਮ ਆ ਜਿਹੜਾ ਅੱਜ ਪੰਜਾਬ ਦੀ ਸਿਆਸਤ ਵਿੱਚ ਘਟੇਗਾ। ਹੁਣ ਕਾਂਗਰਸ ਇਹਦੇ ਸੰਬੰਧੀ ਆਪਣਾ ਪ੍ਰਤੀਕਰਮ ਕੀ ਦਿੰਦੀ ਹੈ ਤੇ ਦੂਜੇ ਪਾਸੇ ਭਗਵੰਤ ਮਾਨ ਇਸ ਪ੍ਰਤੀ ਉਹਨਾਂ ਦਾ ਪ੍ਰਤੀਕਰਮ ਕੀ ਹੋਏਗਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਖੈਰ ਜਿਹੜੀਆਂ ਨਜ਼ਰਾਂ ਆ ਉਹ 5:15 ਵਾਲੀ ਮੀਟਿੰਗ ਤੇ ਦੋਵਾਂ ਧਿਰਾਂ ਦੀ ਉੱਤੇ ਟਿਕਿਆ ਰਹਿਣਗੇ। ਕੁਝ ਲੋਕ ਇਹ ਵੀ ਸੋਚਦੇ ਆ ਕਿ ਜਿੱਥੇ ਕਾਂਗਰਸ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਹੈ ਨਵਜੋਤ ਸਿੰਘ ਸਿੱਧੂ ਦੀ, ਤਾਂ ਉੱਥੇ ਹੀ ਕੇਜਰੀਵਾਲ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਭਗਵੰਤ ਮਾਨ ਦੀ ਵੀ ਇਸ ਮੀਟਿੰਗ ਦੇ ਜ਼ਰੀਏ, ਕਿਉਂਕਿ ਕਿਹਾ ਜਾ ਰਿਹਾ ਕਿ ਭਗਵੰਤ ਮਾਨ ਵੀ ਕੇਜਰੀਵਾਲ ਦੀ ਥੋੜੀ ਜਿਹੀ ਮਨਮਾਨੀ ਤੋਂ ਦੁਖੀ ਨੇ ਤੇ ਇਸ ਮੀਟਿੰਗ ਦੇ ਜ਼ਰੀਏ ਥੋੜਾ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਹੈ ਕਿ ਜੇ ਤੁਸੀਂ ਜ਼ਿਆਦਾ ਤੰਗ ਕਰੋਗੇ ਤਾਂ ਗੱਲ ਏਦਾਂ ਵੀ ਹੋ ਸਕਦੀ ਹੈ। ਹੈਗੀ ਏਦਾਂ ਦੀ ਕੋਈ ਗੱਲਬਾਤ? ਇਹ ਸੁਖਿੰਦਰ ਜੀ ਬੜਾ ਵਧੀਆ ਵੈਸੇ ਇਹ ਢੁਕਵਾਂ ਤੁਸੀਂ ਪ੍ਰਸ਼ਨ ਕੀਤਾ। ਇਹ ਹੋ ਸਕਦਾ, ਇਹਦੇ ਵਿੱਚ ਪੋਸੀਬਿਲਿਟੀ ਜ਼ਰੂਰ ਹੋ ਸਕਦੀ ਹੈ ਕਿ ਜੇਕਰ ਕਾਂਗਰਸ ਹਾਈਕਮਾਨ ਤੇ ਦੇ ਖੁੱਲੀ ਬਗਾਵਤ ਕਰਦੇ ਆ ਨਵਜੋਤ ਸਿੰਘ ਸਿੱਧੂ ਤਾਂ ਤੁਰੇ ਨੇ। ਸ਼ੀਸ਼ਾ ਉਹਨਾਂ ਨੇ ਵਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਸ਼ੀਸ਼ਾ ਤਾਂ ਉਹਨਾਂ ਨੇ ਬੜੇ ਚਿਰ ਦਾ ਵਿਖਾਇਆ। ਹਾਂ, ਦੂਜੇ ਪਾਸੇ ਭਗਵੰਤ ਸਿੰਘ ਮਾਨ ਜਿਹੜਾ ਜ਼ਰੂਰ ਉਹਨਾਂ ਦਾ ਇਹ ਸਟੈਪ ਜਿਹੜਾ ਸੀ ਇਸ ਸੰਬੰਧ ਵਿੱਚ ਜ਼ਰੂਰ ਕਹਿ ਸਕਦੇ ਜਿਸ ਪ੍ਰਸੰਗ ਦੇ ਵਿੱਚ ਤੁਸੀਂ ਸਥਿਤੀ ਬਿਆਨ ਕੀਤੀ ਆ, ਕਿਉਂਕਿ ਬੀਤੇ ਸਮੇਂ ਤੋਂ ਲੈ ਕੇ ਇਹਨਾਂ 50 ਦਿਨਾਂ ਦੇ ਵਿੱਚ ਜਿਹੜੀ ਜ਼ਿਆਦਾਤਰ ਦਖਲ ਅੰਦਾਜ਼ੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ ਸਿਆਸੀ ਮਸਲਿਆਂ ਦੇ ਵਿੱਚ ਪੂਰਨ ਤੌਰ ਤੇ ਰਹੀ ਹੈਗੀ ਆ। ਤਾਂ ਉਹੋ ਜਿਹੀ ਸਥਿਤੀ ਦੇ ਵਿੱਚ ਜਿਹੜਾ ਭਗਵੰਤ ਸਿੰਘ ਮਾਨ ਆ ਬੈਕਫੁੱਟ ਤੇ ਜਾਂਦੇ ਮਹਿਸੂਸ ਜਿਹੜੇ ਹੋ ਰਹੇ ਨੇ। ਤਾਂ ਹੁਣ ਇਹੋ ਜਿਹੇ ਸੰਬੰਧ ਦੇ ਵਿੱਚ ਜ਼ਰੂਰੀ ਆ ਕਿ ਭਗਵੰਤ ਮਾਨ ਵੀ ਕੋਈ ਅਜਿਹਾ ਕਰਕੇ ਦੱਸੇ ਕਿ ਹਾਂ ਵੀ ਮੈਂ ਪੰਜਾਬ ਦਾ ਮੁੱਖ ਮੰਤਰੀ ਹੈਗਾ ਤੇ ਮੈਂ ਇਹੋ ਜਿਹੀ ਮੀਟਿੰਗ ਜਾ ਕਰ ਸਕਦਾ। ਉਸ ਵਿਅਕਤੀ ਦੇ ਨਾਲ ਜਿਹੜਾ ਬੀਤੇ ਦਿਨਾਂ 50 ਦਿਨਾਂ ਚ ਅਰਵਿੰਦ ਕੇਜਰੀਵਾਲ ਨੂੰ ਪਾਣੀ ਪੀ ਕੇ ਕੋਸਦੇ ਰਹੇ ਨੇ। ਮੈਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦਾ ਪਿਆ। ਰਾਤੀ ਵੀ ਅਸੀਂ ਆਪਣੇ ਸਹਿਯੋਗੀ ਚੈਨਲ ਤੇ ਗੱਲ ਕਰਦੇ ਹਾਂ, ਮੈਨੂੰ ਐਂਕਰ ਸਾਹਿਬ ਨੇ ਇਹ ਪ੍ਰਸ਼ਨ ਕੀਤਾ ਸੀ ਕਿ ਅਰਵਿੰਦ ਕੇਜਰੀਵਾਲ ਇਸ ਮੀਟਿੰਗ ਵਾਸਤੇ ਰਾਜੀ ਹੋ ਜਾਊਗਾ ਜੋ ਭਗਵੰਤ ਮਾਨ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਹੋ ਰਹੀ ਹੈ। ਤੇ ਮੈਂ ਇਹ ਗੱਲ ਕਹੀ ਸੀ ਕਿ ਮਜਬੂਰਨ ਤੌਰ ਤੇ ਉਹਨੂੰ ਨਾ ਚਾਹੁੰਦਿਆਂ ਹੋਇਆ ਵੀ ਇਸ ਮੀਟਿੰਗ ਦੇ ਪ੍ਰਸੰਗ ਦੇ ਵਿੱਚ ਆਪਣੀ ਪ੍ਰਵਾਨਗੀ ਜਿਹੜੀ ਉਹ ਦੇਣੀ ਪੈਣੀ ਆ, ਕਿਉਂਕਿ ਉਸ ਵਿਅਕਤੀ ਨੂੰ ਪਤਾ ਕਿ ਉਧਰ ਨਵਜੋਤ ਸਿੱਧੂ ਅਤੇ ਅੱਗੇ ਮੇਰੇ ਉੱਤੇ ਬੜੇ ਜਿਹੜੇ ਇਹੋ ਜਿਹੇ ਇਲਜ਼ਾਮ ਜਿਹੜੇ ਲੱਗ ਰਹੇ ਨੇ ਕਿ ਮੈਂ ਪੰਜਾਬ ਦੀ ਸਿਆਸਤ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਕੈਪਟਨ ਭਗਵੰਤ ਸਿੰਘ ਮਾਨ ਦੇ ਜਿਹੜੇ ਪਰ ਜਿਹੜੇ ਕੱਢਦਾ ਪਿਆ। ਤਾਂ ਉਹ ਅਰਵਿੰਦ ਕੇਜਰੀਵਾਲ ਕਿਸੇ ਵੀ ਸੂਰਤ ਵਿੱਚ ਇਹਦੇ ਉੱਤੇ ਆਬਜੈਕਸ਼ਨ ਨਹੀਂ ਲਾਏਗਾ। ਮੈਂ ਰਾਤੀ ਇਹ ਗੱਲ ਉਹਦੇ ਨਾਲ ਕੀਤੀ ਤੇ ਜਿਸ ਤਰੀਕੇ ਨਾਲ ਤੁਸੀਂ ਹੁਣ ਗੱਲ ਕਰ ਰਹੇ ਜੇ ਇਹ ਗੱਲ ਸਗੋਂ ਜ਼ਿਆਦਾ ਵਜਨਦਾਰ ਲੱਗਦੀ ਆ ਕਿ ਭਗਵੰਤ ਮਾਨ ਦਾ ਇਹ ਇੱਕ ਯਤਨ ਹੋਵੇ ਜਿਹੜੀ ਆਪਣੀ ਆਮ ਆਦਮੀ ਪਾਰਟੀ ਦੀ ਸੁਪਰੀਮੋ ਜਾਂ ਜਿਹੜੀ ਹਾਈਕਮਾਨ ਉਹਨੂੰ ਦਿਖਾਉਣ ਦਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਮੇਰੇ ਕੋਲ ਵੀ ਇਹੋ ਜਿਹੇ ਬੰਦੇ ਹਨ ਜਾਂ ਮੇਰੀ ਵੀ ਉਹਨਾਂ ਨਾਲ ਸਿੱਧੀ ਗੱਲਬਾਤ ਹੋ ਸਕਦੀ ਹੈ ਜਿਹੜੇ ਇਸ ਫਰੰਟ ਦੇ ਕਿਸੇ ਵੀ ਫਰੰਟ ਤੇ ਜਿੱਥੇ ਮੈਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਾਂਗਾ ਉਹ ਮੇਰੇ ਨਾਲ ਖਲੋਤੇ ਨਜ਼ਰ ਆਉਣਗੇ। ਇਹ ਸਗੋਂ ਜ਼ਿਆਦਾ ਪ੍ਰਸ਼ਨ ਜਿਹੜਾ ਵਜ਼ਨਦਾਰ ਚੱਲ ਤੁਹਾਡਾ ਲੱਗਦਾ ਹੈਗਾ ਜੀ। ਬਿਲਕੁਲ ਉਹ ਤਾਂ ਦੂਜੇ ਪਾਸੇ ਗੱਲਬਾਤ ਕਰ ਲਈਏ ਜਿੱਥੇ ਵਿਰੋਧੀ ਧਿਰ ਦੇ ਲੀਡਰ ਤੇ ਕਾਂਗਰਸ ਨੂੰ ਝਟਕਾ ਹੈ ਕਿ ਸਿੱਧੂ ਇਕੱਲੇ ਤੌਰ ਤੇ ਮੁਲਾਕਾਤ ਉੱਥੇ ਕਰਨ ਜਾ ਰਹੇ ਨੇ। ਚਾਹੀਦਾ ਤਾਂ ਸੀ ਕਿ ਵਿਰੋਧੀ ਧਿਰ ਜਿਹੜੀ ਹੈ ਉਹ ਇਹੋ ਕਰਕਦੀ, ਪਰ ਵਿਰੋਧੀ ਧਿਰ ਤੋਂ ਸਿਰਫ ਖਬਰਾਂ ਲਗਾਉਣ ਤੱਕ ਸੀਮਤ ਹੈ ਤੇ ਉਹ ਕੰਮ ਜਿਹੜਾ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ ਵਿਰੋਧੀ ਧਿਰ ਦਾ ਜਿਹੜਾ ਕੰਮ ਹੈ। ਉੱਥੇ ਜਿੱਥੇ ਇਹ ਝਟਕਾ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੂੰ, ਉੱਥੇ ਕੈਪਟਨ ਅਮਰਿੰਦਰ ਸਿੰਘ ਵੀ ਬਾਹਰ ਬੈਠੇ ਕਾਂਗਰਸ ਤੋਂ ਝਟਕਾ ਦੇ ਰਹੇ ਨੇ ਰਾਜਾ ਵੜਿੰਗ ਨੂੰ। ਕੁਝ ਦਿਨ ਪਹਿਲਾਂ ਰਾਜਾ ਵੜਿੰਗ ਨੇ ਇਹ ਗੱਲ ਕਹਿਤੀ ਸੀ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਨੂੰ ਕਾਂਗਰਸ ਚ ਰਹਿ ਨਹੀਂ ਦਿਆਂਗਾ। ਆਪਾਂ ਉਦੋਂ ਇਹ ਗੱਲ ਕਹੀ ਸੀ ਕਿ ਭਾਈ ਕੈਪਟਨ ਤਾਂ ਪਹਿਲਾਂ ਹੀ ਕਾਂਗਰਸ ਚੋਂ ਬਾਹਰ, ਜਾਂ ਤਾਂ ਰਾਜਾ ਜੀ ਇਹ ਗੱਲ ਭੁੱਲ ਗਏ ਜਾਂ ਫਿਰ ਜਿਹੜੀ ਕਾਂਗਰਸ ਹਾਈ ਕਮਾਨ ਆ ਉਹ ਕੈਪਟਨ ਦੀ ਵਾਪਸੀ ਕਰਵਾਉਣ ਬਾਰੇ ਸੋਚ ਰਹੀ ਹੈ। ਇਹ ਸਾਰੀਆਂ ਗੱਲਾਂ ਤੇ ਆਪਾਂ ਚਰਚਾ ਕੀਤੀ ਸੀ। ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਬੁਲਾਰੇ ਦੇ ਥਰੂ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਭਾਈ ਜੇ ਤੇਰੇ ਚ ਹਿੰਮਤ ਆ ਰਾਜਿਆ ਤਾਂ ਤੂੰ ਪ੍ਰਨੀਤ ਕੌਰ ਨੂੰ ਕਾਂਗਰਸ ਚੋਂ ਬਾਹਰ ਕੱਢ ਕੇ ਦਿਖਾ। ਇੰਨਾ ਕੌਨਫੀਡੈਂਸ ਕਾਂਗਰਸ ਛੱਡਣ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਦਾ ਕਿਵੇਂ ਦੇਖਦੇ ਹੋ? ਕਿਤੇ ਵਾਕਈ ਕਾਂਗਰਸ ਹਾਈ ਕਮਾਨ ਕਿਤੇ ਕੈਪਟਨ ਦੀ ਵਾਪਸੀ ਤਾਂ ਨਹੀਂ ਕਰਾਉਣ ਜਾ ਰਹੀ? ਸੁਖਵਿੰਦਰ ਜੀ, ਪਰਦੇ ਦੀ ਪਿਛਲੀ ਕੀ ਸਿਆਸਤ ਆ ਇਹ ਉਸ ਕੈਪਟਨ ਅਮਰਿੰਦਰ ਸਿੰਘ ਦਾ ਇਹ ਨਮੂਨਾ, ਇਹ ਡਾਇਲੌਗ ਜਿਹੜਾ ਉਹਨਾਂ ਦੇ
ਬੁਲਾਰੇ ਨੇ ਬੋਲਿਆ, ਉਹਨਾਂ ਦੀ ਪਾਰਟੀ ਦੇ ਬੁਲਾਰੇ ਨੇ ਬੋਲਿਆ, ਸ਼ਾਇਦ ਪਰਦੇ ਦੇ ਪਿਛਲੇ ਸਿਆਸਤ ਦਾ ਇੱਕ ਨਮੂਨਾ ਹੈਗਾ। ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਸ਼ਾਇਦ ਕਾਂਗਰਸ ਦੇ ਵਿੱਚ ਕੈਪਟਨ ਦੀ ਵਾਪਸੀ ਤਾਂ ਨਹੀਂ ਹੋ ਰਹੀ। ਆਮ ਚਰਚਾਵਾਂ ਇਹ ਵੀ ਚੱਲਦੀਆਂ ਰਹੀਆਂ ਨੇ ਕਿ ਕਾਂਗਰਸ ਤੇ ਰਾਹੁਲ ਗਾਂਧੀ ਦੇ ਨਾਲ ਉਹ ਲਗਾਤਾਰ ਸੰਪਰਕ 'ਚ ਨੇ। ਬੇਸ਼ੱਕ ਇਹਦਾ ਖੰਡਨ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬੀਤੇ ਦਾ ਉਸ ਕੀਤਾ ਸੀ, ਪਰ ਜਿਸ ਤਰੀਕੇ ਨਾਲ ਇਹ ਡਾਇਲਾਗ, ਇਹ ਜਿਹੜਾ ਬਿਆਨ ਆਇਆ, ਔਰ ਦੂਜੇ ਪਾਸੇ ਕਾਂਗਰਸ ਜਿਹੜੀ ਹਾਈ ਕਮਾਨ ਆ ਉਹਨੇ ਇਹਨਾਂ ਚੋਣਾਂ ਦੇ ਵਿੱਚ ਆਪਣੇ ਪਰ ਜਿਹੜੇ ਤੋੜ ਕੇ ਵੇਖ ਲਏ ਨੇ, ਕਿਉਂਕਿ ਹੁਣ ਉਹਨਾਂ ਕੋਲ ਕੋਈ ਵੀ ਕੈਪਟਨ ਅਮਰਿੰਦਰ ਸਿੰਘ ਵਰਗਾ ਤੇ ਨਵਜੋਤ ਸਿੰਘ ਸਿੱਧੂ ਵਰਗਾ ਲੀਡਰ ਜਿਹੜਾ ਰਹਿ ਨਹੀਂ ਗਿਆ, ਜਿਹੜਾ ਕਾਂਗਰਸ ਦੀ ਡੋਗਰੀ ਬੇੜੀ ਨੂੰ ਪਾਰ ਕਰ ਸਕੇ। ਜੋ ਮਰਜ਼ੀ ਤੁਸੀਂ ਕਹਿ ਲਓ, ਜਿੰਨੀ ਮਰਜ਼ੀ ਆਲੋਚਨਾ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਕਰ ਸਕਦੇ ਆ ਉਹਨਾਂ ਦੇ ਬੀਤੇ 4.5 ਸਾਲਾਂ ਦੀ ਕਾਰਜਸ਼ੈਲੀ ਦੇ ਆਧਾਰ ਤੇ, ਪਰ ਇਸ ਸਭ ਦੇ ਬਾਵਜੂਦ ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਰਹੇ, ਕਾਂਗਰਸ ਦੇ ਵਿੱਚ ਉਹਨਾਂ ਦੀ ਇੱਕ ਵਿਲੱਖਣ ਪਛਾਣ ਸੀ ਤੇ ਸ਼ਾਇਦ ਹਾਈਕਮਾਨ ਵੀ ਉਹਨਾਂ ਦੇ ਸੰਬੰਧੀ ਫੈਸਲਾ ਲੈਣ ਤੋਂ ਕੰਨੀ ਕਤਰਾਉਂਦੀ ਸੀ। ਤੇ ਸ਼ਾਇਦ ਇਸੇ ਹੀ ਕਾਰਨ ਨਵਜੋਤ ਸਿੱਧੂ ਦਾ ਆਭਾਰ ਜਿਹੜਾ ਕਾਂਗਰਸ ਹਾਈਕਮਾਨ ਵੱਲੋਂ ਕੀਤਾ ਗਿਆ ਤੇ ਕੈਪਟਨ ਨੂੰ ਸਾਈਡਲਾਈਨ ਕੀਤਾ ਗਿਆ। ਕੈਪਟਨ ਨੂੰ ਸਾਈਡਲਾਈਨ ਕਰਨ ਤੋਂ ਬਾਅਦ ਚੰਨੀ ਦਾ ਉਭਾਰ ਤੇ ਫਿਰ ਨਵਜੋਤ ਸਿੱਧੂ ਦੇ ਪਰ ਕੱਟਣੇ, ਕਾਂਗਰਸ ਹਾਈਕਮਾਨ ਇੱਕ ਪ੍ਰਯੋਗ ਜਿਹੜਾ ਕਰ ਰਹੀ ਸੀ ਕਿ ਸ਼ਾਇਦ ਅਸੀਂ ਇਹਨਾਂ ਦੋਵਾਂ ਨੇਤਾਵਾਂ ਤੋਂ ਬਿਨਾਂ ਪੰਜਾਬ ਦੇ ਵਿੱਚ ਆਪਣੀ ਹਕੂਮਤ ਕਿਸੇ ਤਰੀਕੇ ਨਾਲ ਸਥਾਪਿਤ ਕਰ ਦਈਏ, ਪਰ ਉਹਦੇ 'ਚ ਉਹ ਪ੍ਰਯੋਗ ਜਿਹੜਾ ਐਕਸਪੈਰੀਮੈਂਟ ਕਰਦੀ ਸੀ ਕਾਂਗਰਸ ਹਾਈਕਮਾਨ, ਫੇਲ ਹੋ ਗਈ। ਤੇ ਸ਼ਾਇਦ ਇਸੇ ਹੀ ਕਾਰਨ ਇਹ ਜਿਸ ਤਰ੍ਹਾਂ ਦੀਆਂ ਚਰਚਾਵਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਵਿੱਚ ਜਾਣ ਵੱਲ ਹੋ ਸਕਦਾ, ਪਰ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਬੋਲਬਾਣੀ ਇਸ ਸੰਬੰਧ ਦੇ ਵਿੱਚ ਰਾਜੇ ਨੂੰ ਚੈਲੰਜ ਦੇ ਰੂਪ 'ਚ ਆਈ ਆ, ਉਹ ਇਹਦੇ ਉੱਤੇ ਜ਼ਿਆਦਾ ਮੋਹਰ ਲਾਉਂਦੀ ਆ ਕਿ ਜੇ ਤੇਰੇ 'ਚ ਹਿੰਮਤ ਹੈਗੀ ਆ ਤਾਂ ਪ੍ਰਦੀਪ ਕੌਰ ਨੂੰ ਪਾਰਟੀ 'ਚੋਂ ਬਾਹਰ ਕੱਢ ਕੇ ਦਿਖਾ। ਹੁਣ ਇੱਕ ਉਹ ਬੰਦਾ ਜਿਹੜਾ ਆਪਣੀ ਵੱਖਰੀ ਪਾਰਟੀ ਬਣਾ ਚੁੱਕਾ ਹੋਵੇ, ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਉਸਨੇ ਚੋਣਾਂ ਜਿਹੜੀਆਂ ਲੜੀਆਂ ਹੋਣ, ਔਰ ਇਸ ਦੇ ਬਾਵਜੂਦ ਪ੍ਰਦੀਪ ਕੌਰ ਹੋਰਾਂ ਨੇ ਸ਼ਰੇਆਮ ਮੁਖਾਲਫਤ ਕਾਂਗਰਸ ਦੇ ਉਮੀਦਵਾਰ ਦੀ ਕੀਤੀ ਹੋਵੇ, ਤਾਂ ਇਹਦੇ ਬਾਵਜੂਦ ਪ੍ਰਨੀਤ ਕੌਰ ਹੋਰਾਂ ਨੂੰ ਕਾਂਗਰਸ ਹਾਈਕਮਾਨ ਵੱਲੋਂ ਬਿਲਕੁਲ ਨਜ਼ਰ ਅੰਦਾਜ਼ ਕਰ ਦਿੱਤਾ। ਉਹਨਾਂ ਦੀ ਕਿਸੇ ਵੀ ਗਤੀਵਿਧੀ ਨੂੰ ਕਾਂਗਰਸ ਹਾਈਕਮਾਨ ਨੇ ਗੰਭੀਰਤਾ ਨਾਲ ਨਹੀਂ ਲਿਆ, ਕੋਈ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਨਹੀਂ ਕੀਤਾ ਗਿਆ। ਇਸ ਸਭ ਤੋਂ ਤਾਂ ਫਿਰ ਅਨੁਮਾਨ ਸੁਖਵਿੰਦਰ ਜੀ ਇਹੋ ਲੱਗਦਾ ਕਿ ਪਰਦੇ ਦੀ ਪਿਛਲੀ ਸਿਆਸਤ ਜਿਹੜੀ ਆ ਕੁਝ ਹੋਰ ਹੈਗੀ ਆ। ਸ਼ਾਇਦ ਇਸ ਤਰ੍ਹਾਂ ਲੱਗਦਾ ਕਿ ਪ੍ਰਨੀਤ ਕੌਰ ਹੋਣੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਵਿਚਕਾਰ ਇੱਕ ਪਰਦੇ ਪਿਛਲੇ ਪੁਲ ਦਾ ਜਿਹੜਾ ਉਹ ਕੰਮ ਕਰ ਰਹੇ ਆ ਕਿ ਠੀਕ ਆ, ਕਿਸੇ ਨਾ ਕਿਸੇ ਢੁਕਵੇਂ ਸਮੇਂ ਦੇ ਉੱਤੇ ਉਹ ਦੁਬਾਰਾ ਕਾਂਗਰਸ ਵਿੱਚ ਪਾਰਟੀ ਮਾਰ ਜਾਣਗੇ ਤੇ ਪ੍ਰਨੀਤ ਕੌਰ ਹੋਣੀ ਵਿਚਕਾਰ ਜਿਹੜਾ ਅਸੀਂ ਕਹਿ ਸਕਦੇ ਇੱਕ ਪੁਲ ਦਾ ਕੰਮ ਕਰਨਗੇ। ਸ਼ਾਇਦ ਇਹੋ ਹੀ ਕਾਰਨ ਆ ਕਿ ਜਿਹੜੇ ਪ੍ਰਿਤਪਾਲ ਸਿੰਘ ਬਲੀਆਵਾਲ ਜਿਹੜੇ ਨੇ ਉਹਨਾਂ ਨੇ ਇੰਨੀ ਠੋਕੇ ਰਾਜਾ ਅਮਰਿੰਦਰ ਦੇ ਖਿਲਾਫ, ਮਾਫ ਕਰਦਾ ਰਾਜਾ ਵੜਿੰਗ ਦੇ ਖਿਲਾਫ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਤੁਹਾਡੇ 'ਚ ਹਿੰਮਤ ਹੈਗੀ ਆ ਤਾਂ ਤੁਸੀਂ ਉਹਨੂੰ ਕੱਢ ਕੇ ਦਿਖਾਓ। ਤਾਂ ਇਸ ਦਾ ਸਾਫ਼ ਤੇ ਇਹੋ ਹੀ ਆ ਕਿ ਕਿਤੇ ਨਾ ਕਿਤੇ ਪਰਦੇ ਦੇ ਪਿੱਛੇ ਜਿਹੜੀ ਖਿਚੜੀ ਕੁਝ ਹੋਰ ਤਰ੍ਹਾਂ ਦੀ ਪੱਕਦੀ ਪਈ ਆ, ਉਹ ਖਿਚੜੀ ਇਹੋ ਹੀ ਹੋ ਸਕਦੀ ਆ ਕਿਉਂਕਿ ਜਿਹੜਾ ਮੌਜੂਦਾ ਸਮੇਂ ਆ ਕਾਂਗਰਸ ਆਪਣੇ ਪਰ ਜਿਹੜੇ ਪੰਜਾਬ 'ਚ ਤੋੜ ਚੁੱਕੀ ਆ। ਨਾ ਤਾਂ ਹੁਣ ਚੰਨੀ ਉਹੋ ਜਿਹਾ ਧਾਕੜ ਦੇ ਰਿਹਾ, ਨਾ ਰਾਜਾ ਵੜਿੰਗ ਦੇ ਵੱਲੇ, ਕਿਉਂਕਿ ਰਾਜਾ ਵੜਿੰਗ ਬਾਰ-ਬਾਰ ਇਹ ਗੱਲ ਜਿਹੜੇ ਕਹਿ ਰਹੇ ਨੇ ਮੈਂ ਸਿਆਸਤ ਛੱਡ ਦੂੰਗਾ ਜੀ ਮੇਰੀ ਗੱਲ ਨਾ ਮੰਨੀ, ਇਹ ਤਾਂ ਬੰਦਾ ਪਹਿਲਾਂ ਹੀ ਭੱਜੂ ਸ਼ੁਰੂ ਹੋ ਗਿਆ। ਜਿਹੜੀਆਂ ਅਜੇ ਤਾਂ ਸਥਿਤੀਆਂ ਬਹੁਤ ਕੁਝ ਹੋਣੀਆਂ ਨੇ, ਅਜੇ ਤਾਂ ਸਥਿਤੀਆਂ ਦੀ ਸ਼ੁਰੂਆਤ ਹੋਈ ਆ। ਤੇ ਜੇਕਰ ਤੁਸੀਂ ਪਹਿਲਾਂ ਹੀ ਮੈਦਾਨ ਛੱਡਣ ਦਾ ਐਲਾਨ ਕਰ ਰਹੇ ਜੇ, ਤਾਂ ਇਸ ਤੋਂ ਭਾਵ ਇਹ ਆ ਕਿ ਤੁਹਾਡੀ ਜਿਹੜੀ ਪਕੜ ਆ ਉਹ ਮਜ਼ਬੂਤ ਨਹੀਂ ਹੈਗੀ, ਜਾਂ ਫਿਰ ਤੁਸੀਂ ਪ੍ਰਧਾਨਗੀ ਕਰਨ ਦੇ ਅਗਵਾਈ ਕਰਨ ਦੇ ਯੋਗ ਨਹੀਂ ਜੇ ਸਟਾਰਟਿੰਗ ਦੇ ਤੁਸੀਂ ਇਹੋ ਜਿਹੀ ਵਰਡਿੰਗ, ਇਹੋ ਜਿਹੀ ਸ਼ਬਦਾਵਲੀ ਵਰਤਣੀ ਜੇ ਤੁਸੀਂ ਸ਼ੁਰੂ ਕੀਤੀ ਆ, ਤਾਂ ਇਹ ਤੁਹਾਡੇ ਅਕਸ ਦਾ ਉਹ ਰੂਪ ਪੇਸ਼ ਕਰਦਾ ਕਿ ਤੁਸੀਂ ਮੁਕਾਬਲਾ ਕਰਨ ਤੋਂ ਅਸਮਰੱਥ ਜੀ। ਸੋ ਪਰਦੇ ਦੇ ਪਿਛਲੇ ਸਿਆਸਤ ਕੀ ਆ, ਇਹ ਤਾਂ ਆਉਂਦਿਆਂ ਦਿਨਾਂ 'ਚ ਚੰਦ ਸਥਿਤੀ ਸਪਸ਼ਟ ਹੋ ਜਾਏਗੀ। ਪਰ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ, ਇਹ ਆਪਣੇ ਆਪ ਦੇ ਵਿੱਚ ਬਹੁਤ ਅਰਥ ਰੱਖਦਾ। ਤਾਂ ਮੈਨੂੰ ਸੁਖਵਿੰਦਰ ਜੀ ਇਸ ਤਰ੍ਹਾਂ ਲੱਗਦਾ ਕਿ ਪ੍ਰਨੀਤ ਕੌਰ ਸ਼ਾਇਦ ਕਾਂਗਰਸ ਹਾਈਕਮਾਨ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਚਕਾਰ ਪਰਦੇ ਦੇ ਪਿੱਛੇ ਇੱਕ ਪੁਲ ਦਾ ਕੰਮ ਕਰ ਰਹੇ ਆ। ਸ਼ਾਇਦ ਕੁਝ ਦਿਨਾਂ ਦੇ ਬਾਅਦ ਇਹ ਧਮਾਕਾ ਜਿਹੜਾ ਇਹ ਵੀ ਕਲੀਅਰ ਹੋ ਜਾਵੇ ਕਿ ਅਗਲੀ ਸਥਿਤੀਆਂ ਕੀ ਹੋਣਗੀਆਂ, ਕੈਪਟਨ ਅਮਰਿੰਦਰ ਸਿੰਘ ਦੀ ਰਣਨੀਤੀ ਜਿਹੜੀ ਕਿਹੋ ਜਿਹੀ ਹੋਵੇਗੀ ਜੀ। ਅਗਲੀ ਖਬਰ ਦੀ ਆਪਾਂ ਗੱਲਬਾਤ ਕਰਾਂਗੇ। ਰਾਜਸਥਾਨ ਦੇ ਮੰਤਰੀ ਮਹੇਸ਼ ਜੋਸ਼ੀ ਜਿਹੜੇ ਆ, ਉਹਦੇ ਪੁੱਤਰ ਦੇ ਉੱਪਰ ਬਲਾਤਕਾਰ ਦਾ ਜਿਹੜਾ ਉਹ ਕੇਸ ਪੈ ਗਿਆ, ਮਾਮਲਾ ਕੀ ਹੈ? ਮਾਮਲਾ ਜਿਹੜਾ ਇੱਕ ਬਾਲੜੀ ਦੇ ਨਾਲ ਬਲਾਤਕਾਰ ਦਾ ਮਸਲਾ ਜਿਹੜਾ ਉਹ ਸਾਹਮਣੇ ਜਿਹੜਾ ਉਹ ਆਇਆ ਕਿ ਇੱਕ ਨਾਬਾਲਗ ਜਿਹੜੀ ਲੜਕੀ ਸੀ ਉਹਦੇ ਨਾਲ ਬਲਾਤਕਾਰ ਮੰਤਰੀ ਦੇ ਬੇਟੇ ਵੱਲੋਂ ਜਿਹੜਾ ਕੀਤਾ ਗਿਆ। ਜਿਹੜਾ ਮੰਤਰੀ ਹੈ ਉਹ ਅਸ਼ੋਕ ਗਹਿਲੋਤ ਦੇ ਖਾਸੋਂ ਖਾਸ ਮੰਤਰੀਆਂ ਦੇ ਵਿੱਚੋਂ ਇੱਕ ਜਿਹੜਾ ਉਹ ਸਮਝਿਆ ਜਾਂਦਾ। ਤੇ ਇਹੋ ਜਿਹੀ ਸਥਿਤੀ ਦੇ ਵਿੱਚ ਜਦੋਂ ਮੰਤਰੀ ਦੇ ਬੇਟੇ ਤੇ ਇਲਜ਼ਾਮ, ਰਾਜਸਥਾਨ, ਇਹ ਗੱਲ ਮੈਂ ਜਵਾਬ ਬਾਅਦ ਚ ਦੇਣਾ, ਰਾਜਸਥਾਨ ਦੇ ਵਿੱਚ ਇਹੋ ਜਿਹੇ ਜਿਹੜੇ ਕਾਂਡ ਨੇ ਆਪਣੇ ਸੁਖਵਿੰਦਰ ਜੀ ਆਮ ਹੁੰਦੇ ਰਹੇ ਆ। ਪਿਛਲੇ ਦੌਰ ਦੇ ਵਿੱਚ ਵੀ ਇੱਕ ਭਾਜਪਾ ਦਾ ਮੰਤਰੀ ਸੀ, ਉੱਥੋਂ ਦੀ ਇੱਕ ਡਾਂਸਰ ਦੇ ਨਾਲ ਵੀ ਉਹਦੀ ਸੀ, ਫਿਰ ਉਸਦਾ ਕਤਲ ਬਾਅਦ ਚ ਬੜਾ ਕੁਝ ਇਹੋ ਜਿਹਾ ਹੋਇਆ ਤੇ ਉਹਨੂੰ
ਮੇਰਾ ਜੇਲ੍ਹ ਵੀ ਉਸ ਮੰਤਰੀ ਨੂੰ ਜਿਹੜਾ ਜਾਣਾ ਪਿਆ ਸੀ। ਤੇ ਹੁਣ ਇਹ ਜਿਹੜਾ ਅਸ਼ੋਕ ਗਹਿਲੋਤ ਦੇ ਮੰਤਰੀ ਮੰਡਲ ਦਾ ਉਹ ਮੰਤਰੀ ਜਿਹੜਾ ਅਸ਼ੋਕ ਗਹਿਲੋਤ ਦੇ ਖਾਸਮ ਖਾਸ ਔਰ ਵਿਸ਼ਵਾਸ ਪਾਤਰਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ, ਉਹਦੇ ਲੜਕੇ ਦੇ ਉੱਤੇ ਇਹ ਜਿਹੜਾ ਇਲਜ਼ਾਮ ਜਿਹੜਾ ਲੱਗਾ ਔਰ ਬਕਾਇਦਾ ਤੌਰ ਤੇ ਪਰਚਾ ਜਿਹੜਾ ਆ ਉਹ ਵੀ ਕਹਿੰਦੇ ਕਿ ਦਰਜ ਜਿਹੜਾ ਉਹ ਕੀਤਾ ਗਿਆ ਹੈ। ਤਾਂ ਇਹ ਉੱਥੋਂ ਦੀ ਕਾਂਗਰਸ ਸਰਕਾਰ ਵਾਸਤੇ ਅਸੀਂ ਕਹਿ ਸਕਦੇ ਕਿ ਗੰਭੀਰ ਚੁਣੌਤੀਆਂ ਪੈਦਾ ਕਰ ਸਕਦਾ, ਕਿਉਂਕਿ ਇਸ ਵੇਲੇ ਕਾਂਗਰਸ ਵਰਸਸ ਭਾਜਪਾ ਦੀ ਜਿਹੜੀ ਲੜਾਈ ਆ ਉਹ ਬੜੇ ਵੱਡੇ ਪੱਧਰ ਤੇ ਜਿਹੜੀ ਉਹ ਚੱਲਦੀ ਜਿਹੜੀ ਦਿਖਾਈ ਦੇ ਰਹੀ ਹੈ। ਜੇਕਰ ਪੰਜਾਬ ਦੇ ਵਿੱਚ ਤੁਸੀਂ ਇਹੋ ਜਿਹੀਆਂ ਸਥਿਤੀਆਂ ਵੇਖ ਲਓ ਕਿ ਭਾਜਪਾ ਜਿਹੜੀ ਆ ਜੇਕਰ ਇੱਥੇ ਕਿਸੇ ਮੰਤਰੀ ਦੇ ਖਿਲਾਫ ਲੀਡ ਕਰ ਸਕਦੀ ਹੈ, ਤਾਂ ਹੁਣ ਉਹਦਾ ਟਾਰਗੇਟ ਕਾਂਗਰਸ ਵੀ ਭਾਜਪਾ ਦਾ ਜਿਹੜਾ ਅਸ਼ੋਕ ਗਹਿਲੋਤ ਵਾਲੀ ਸਰਕਾਰ ਜਿਹੜੀ ਉਹ ਹੋ ਸਕਦੀ, ਤਾਂ ਉੱਥੇ ਉਹਨਾਂ ਦਾ ਟਾਰਗੇਟ ਭਾਜਪਾ ਦੀ ਜਿਹੜੀ ਸ਼ਮੂਲੀਅਤ ਇਸ ਇੰਸੀਡੈਂਟ ਨੂੰ ਪ੍ਰਤੀ, ਕਿਉਂਕਿ ਭਾਜਪਾ ਦੇ ਕੁਝ ਵਿਧਾਇਕਾਂ ਨੇ ਇਸ ਮੁੱਦੇ ਨੂੰ ਬੜੀ ਹੋਰ ਤਰੀਕੇ ਨਾਲ ਉਛਾਲਿਆ। ਇਹ ਚੰਦ ਖਬਰਾਂ ਜਿਹੜੀਆਂ ਇਹਦੇ ਸੰਬੰਧ ਵਿੱਚ ਰਾਤ ਨੂੰ ਕੁਝ ਟੀਵੀ ਚੈਨਲਾਂ ਤੇ ਹੋਈਆਂ ਕਿ ਉਹ ਕੁਝ ਲੋਕੀ ਕਹਿ ਰਹੇ ਕਿ ਇਸ ਦੇ ਪਿੱਛੇ ਭਾਜਪਾ ਦੇ ਮੰਤਰੀਆਂ ਦੀ ਸਾਜ਼ਿਸ਼ ਆ, ਪਰ ਜੋ ਜਿਸ ਤਰੀਕੇ ਨਾਲ ਆਮ ਸਿਆਸੀ ਜਿਹੜੇ ਬਿਆਨ ਦਿੱਤੇ ਜਾਂਦੇ ਨੇ ਉਹਨਾਂ ਬਿਆਨਾਂ ਦੀ ਰੋਸ਼ਨੀ ਦੇ ਵਿੱਚ ਇਹ ਇਲਜ਼ਾਮ ਲੱਗੇ, ਪਰ ਜਿਹੜੀ ਅਸਲ ਸਥਿਤੀ ਤੇ ਇਹੋ ਹੈ ਕਿ ਉਹ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼, ਜਿਹੜੀ ਮਾਫ ਕਰਦਾ ਮੰਤਰੀ ਦੇ ਬੇਟੇ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਆ ਗਹਿਲੋਤ ਸਰਕਾਰ ਵੱਲੋਂ ਕੀਤੀ ਜਾ ਰਹੀ ਆ, ਪਰ ਜਿਹੜੀ ਉਥੋਂ ਦੀ ਵਿਰੋਧੀ ਧਿਰ ਆ ਉਹ ਇਸ ਮੁੱਦੇ ਨੂੰ ਜ਼ਬਰਦਸਤ ਤਰੀਕੇ ਨਾਲ ਉਛਾਲਦੀ ਪਈ ਆ ਤੇ ਇਹਨੂੰ ਸੜਕਾਂ ਤੇ ਬੜੇ ਥੋੜੇ ਸ਼ਬਦਾਂ ਦੇ ਵਿੱਚ ਜੀ ਬਿਲਕੁਲ ਅਨਕ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਈ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਨੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਪ੍ਰਸਾਰਣ ਨਾਲ ਚਰਚਾ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।